जी आनो नाज़रीन ते मुसदमे में तुसी ये दसो ना कि मसलन पहले तो जी किताब है ये मकसूद हयात हाजी साहब जी ये देखी होनी पढ़ी होनी है तुसी पढ़ी है किताब डॉक्टर साहब मैं देखी है की इस किताब के बारे थोड़ा तस्वर अमूमी तस्वर की है डॉक्टर साहब इन्हों ने अंकल ने अपनी जिंदगी का मिशन बनाया है ना जी जी उन्होंने कि मैं इंसानियत की खिदमत करनी है जी, जी। मैं गरीबों के काम आना है मतलब कि जरूरी नहीं कि है कि असी मतलब इन्हों के नज़दीक मेरे नज़दीक कि भी असी हर चीज़ वास्ते अपने हुक्मराना की तरफ देखिए जरूरी नहीं है कि जी असी उन्होंने दरवाज़ियां दे दस्तक दईए या उन्होंने कहिए जी अपने मसाइल का उन्होंने जिम्मेदार करा दे कि आप चुका के घर बैठ जाइए जी ਅਸੀਂ ਉਹਨਾਂ ਦੇ ਦੁੱਖ ਦਰਦ ਨੂੰ ਮਿਟਾਉਣ ਵਾਸਤੇ ਸਮਝਦੇ ਹਾਂ ਕਿ ਸਾਨੂੰ ਆਪਣਾ ਵੀ ਹਿੱਸਾ ਡਾਲਣਾ ਚਾਹੀਦਾ ਉਹ ਮਕਸਦ ਅੰਕਲ ਦੀ ਜ਼ਿੰਦਗੀ ਦਾ ਇਹੋ ਹੀ ਹੈ ਕਿਤਾਬ ਇਹਨਾਂ ਨੇ ਮਜ਼ਾਮੀਨ ਲਿਖੇ ਫਿਰ ਕਿ ਮੈਂ ਕਿਸੇ ਤਰ੍ਹਾਂ हयात के बारे खिदमत करा जिंदगी के बारे भी सोचन फरमायल की है जो खुद फरमाते हैं जी। कि जिंदगी की है और जिंदगी की हकीकत ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾਏ ਔਰ ਜਿਹੜੀ ਸਹੀ ਜ਼ਿੰਦਗੀ ਹੈ ਉਹਦੇ ਬਾਰੇ ਕੋਈ ਅਹਿਸਾਸ ਹੋਣਾ ਚਾਹੀਦਾ ਜੀ, ਹੈ ਕਿ ਜਿਹੜੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਹੈ ਉਸ ਨੂੰ मतलब है कि उस तो आशनाई हासिल की जाए और लोगों को किया जाए कि जिंदगी तो कोई माने नहीं रखती बल्कि वही जिंदगी असल जिंदगी सही बल्कि देखो डॉक्टर साहब देखो ना मैं कहनी है कि इंसान तेरी हकीकत की है मसल तू जड़ा काम में जो अमर है अल्लाह के हुक्म ना होना है जो हो रहा है ਉਹਦੇ ਹੁਕਮ ਨਾ ਹੋ ਰਿਹਾ ਹੈ ਜੋ ਕੰਮ ਹੋਣਾ ਉਹਦੇ ਹੁਕਮ ਨਾ ਹੋਣਾ ਹੈ ਔਰ ਫਿਰ ਇਨਸਾਨ ਤੂੰ ਲਿਆਇਆ ਕਿ ਜਿਹਦੇ ਵਿੱਚ ਜ਼ਿਆਦਾ ਅਸੀਂ ਛੋਟੀ ਛੋਟੀ ਗੱਲ ਤੇ ਅਸੀਂ ਰੋਣਾ ਸ਼ੁਰੂ ਕਰ ਦਿੰਦੇ ਆ ਤੇ ਅਗਰ ਸੋਚੀਏ ਕਿ ਸਾਡੀ ਜ਼ਿੰਦਗੀ ਦੀ ਹਕੀਕਤ ਕੀ ਹੈ ਅਸੀਂ ਇੱਕ ਸਾਹ ਲੈਣ ਦੇ ਉੱਤੇ ਵੀ ਕਾਦਰ ਨਹੀਂ ਹੈ ਇੱਕ ਸਾਹ ਲੈਣ ਦੇ ਵੀ ਅਸੀਂ ਕਹਿੰਦੇ ਨਾ ਕਿ ਅਸੀਂ ਇੱਕ ਸਾਹ ਵੀ ਲੈ ਲਈ ਆਪਣੀ ਮਰਜ਼ੀ ਨਾਲ ਨਹੀਂ ਹੋ ਸਕਦਾ ਕਿ ਜ਼ਿੰਦਗੀ ਇਨਸਾਨ ਦੀ ਦਾ ਮਕਸਦ ਜਿਹੜਾ ਹੈ ਨਾ ਅਗਰ ਇਹ ਚੀਜ਼ਾਂ ਨੂੰ ਅਸੀਂ ਸੋਚ ਕੇ ਆਪਣੀ ਔਕਾਤ ਆਪਣੀ ਹਕੀਕਤ ਪਹਿਚਾਨ ਜਾਈਏ ਫਿਰ ਸਾਨੂੰ ਪਤਾ ਚੱਲਦਾ ਹੈ ਕਿ ਇਨਸਾਨ ਨੂੰ ਅੱਲਾਹ ਤਾਲਾ ਨੇ ਪੈਦਾ ਕੀਤਾ ਇੱਕ ਦੂਸਰੇ ਦੀ ਮਦਦ ਵਾਸਤੇ ਇੱਕ ਦੂਸਰੇ ਦੀ ਖਿਦਮਤ ਵਾਸਤੇ ਇੱਕ ਦੂਸਰੇ ਦੀ ਖੈਰ ਖਾਈ ਵਾਸਤੇ ਨਾ ਕਿ ਮੁਆਸ਼ਰੇ ਦੇ ਵਿੱਚ ਫਸਾਦ ਫੈਲਾਉਣ ਵਾਸਤੇ ਨਾ ਹੀ ਕਿ ਇੱਕ ਦੂਸਰੇ ਵਿੱਚ ਨਾ ਇਤਫਾਕੀ ਦੇ ਬੀਜ ਬੋਣ ਵਾਸਤੇ ओके अल्लामा इकबाल का शेर है ना कि खुदा के बंदे तो हैं हजारों बनों में फिरते हैं हमारे मारे मैं उसका बंदा बनूंगा जिसको खुदा के बंदों से प्यार ਜੀ ਹਾਂ ਤੇ ਬਿਲਕੁਲ ਉਹ ਦੇਖੋ ਨਾ ਇੱਕ ਅਜਬ ਗੱਲ ਹੈ ਕਿ ਮਸਲਨ ਮੈਂ ਕੋਈ ਲੰਬੀ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਹਾਜੀ ਸਾਹਿਬ ਔਰ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਕਿ ਕਿਆਮਤ ਵਾਲੇ ਦਿਨ ਅੱਲਾਹ ਕਹੇਗਾ ਕਿ ਮੈਂ ਭੁੱਖਾ ਸਾਂ ਔਰ ਤੂੰ ਮੈਨੂੰ ਰੋਟੀ ਨਹੀਂ ਖਵਾਈ ਮੈਂ ਨੰਗਾ ਸਾਂ ਔਰ ਤੂੰ ਮੈਨੂੰ ਕੱਪੜਾ ਨਹੀਂ ਪਵਾਇਆ वो बंदा कहेगा कि अल्लाह ताला तुसी किस तरह मतलब सारा कुछ है उन्हें कहा मेरा बंदा नंगा सी मेरा बंदा भुक्खा सी इतनी मुहब्बत अल्लाह नूं अपने बंदे दे नाल है तो फिर जो तो बंदे बंदे नाल मुहब्बत करनगे तो फिर अल्लाह राजी होएगा और ये कायनात जिहड़ी है एक खुशबूदा गहवारा डॉक्टर साहब मैं तुहानूं बल्कि एक शेर सुनानी है कि वो छप्पर अच्छे कि जिसमें हो दिल से दिल की बातें उन बंगलों से जिनमें बसे गूंगे दिन पहरी रातें ਹੁਣ ਤੁਸੀਂ ਦੇਖੋ ਮੁਹੱਬਤ ਇੱਕ ਤਰ੍ਹਾਂ ਕਿਸ ਤਰ੍ਹਾਂ ਇਨਸਾਨ ਦੀ ਹੋ ਸਕਦੀ ਇੱਕ ਦੂਸਰੇ ਨਾਲ ਨੇਕੀ ਕਿਸ ਤਰ੍ਹਾਂ ਹੋ ਸਕਦੀ ਹੈ ਮੈਂ ਕਹਿੰਦੀ ਅਗਰ ਮੈਂ ਨੇਕ ਹਾਂ ਤੇ ਮੇਰੀ ਨੇਕੀ ਮੁਆਸ਼ਰੇ 'ਚ ਫੈਲਣੀ ਚਾਹੀਦੀ ਹੈ ਅਗਰ ਅੰਕਲ ਸਖੀ ਨੇ ਮੁਖੱਯਰ ਆਜ਼ਾਦ ਤੇ ਇਹਨਾਂ ਦੀ ਨੇਕੀ ਫੈਲਣੀ ਚਾਹੀਦੀ ਜੋ ਕਿ ਇਜਾਜ਼ ਹਸਪਤਾਲ ਦੀ ਸੂਰਤ ਦੇ ਵਿੱਚ ਨੇਕੀ ਫੈਲ ਰਹੀ ਹੈ ਔਰ ਮੁਸਤਫੀਦ ਹੋ ਰਹੇ ਨੇ ਹਜ਼ਾरों ਸੈਂਕੜੋਂ ਲੋਕ ਮੁਸਤਫੀਦ ਹੋ ਰਹੇ ਨੇ ਔਰ ਤੁਸੀਂ ਦੇਖਿਆ ਹੋਏਗਾ ਕਿ ਸਿਰਫ ਚੰਦ ਨਵਾਲੇ ਖਿਲਾਣ ਨਾਲ ਜਾਂ ਚੰਦ ਦਵਾਈਆਂ ਦੇਣ ਨਾਲ ਸਾਡੇ ਮਸਾਇਲ ਹੱਲ ਨਹੀਂ ਹੁੰਦੇ ਇਹਦੇ ਵਾਸਤੇ ਸਾਨੂੰ ਬਹੁਤ ਹੀ ਪਾਇਦਾਰ ਹੱਲ ਢੂੰਡਣਾ ਚਾਹੀਦਾ ਬਲਕਿ ਮੈਂ ਤੁਹਾਡੇ ਪ੍ਰੋਗਰਾਮ ਦੇ ਤਵੱਸਲ ਨਾਲ ਮੈਂ ਕਹਾਂਗੀ ਕਿ ਸਾਨੂੰ ਨੈਸ਼ਨਲ ਲੈਵਲ ਦੇ ਉੱਤੇ ਸਾਨੂੰ ਜ਼ਕਾਤ ਬੈਂਕ ਬਣਾਉਣੇ ਚਾਹੀਦੇ ਨੇ ਔਰ ਮੇਰੀ अच्छा ज़कात बैंक जी एक बड़ी नवी गल है जी और मेरी ख्वाहिश है कि ਜਿਹੜੇ ਚूंकि ਹੁਣ ਇਸ ਵਕਤ ਸਾਡੇ ਹੁਕਮਰਾਨ ਤੇ ਸਾਨੂੰ ਨਹੀਂ ਪਤਾ ਕਿੱਥੇ ਗਏ ਨੇ ਅਸੀਂ ਇਸ ਵਕਤ ਤੇ ਸਿਰਫ ਇੱਕ ਮਸਾਇਲ ਦਾ ਅੰਬਾਰ ਦੇਖ ਰਹੇ ਹਾਂ ਔਰ ਹਜੂਮ ਲੋਕਾਂ ਦਾ ਦੇਖ ਰਹੇ ਹਾਂ ਜਾਂ ਸੜਕਾਂ ਦੇ ਉੱਤੇ ਟਾਇਰ ਚਲਾਏ ਲੋਕ ਦੇਖ ਰਹੇ ਹਾਂ ਤੇ ਮਹਿੰਗਾਈ ਦੇ ਮਾਰੇ ਹੋਏ ਹਸਪਤਾਲ 'ਚ ਲੋਕ ਆਉਂਦੇ ਨੇ ਜਿਨ੍ਹਾਂ ਦੇ ਵਾਪਸੀ ਤੋਂ ਤੇ ਇੱਕ ਰੁਪਿਆ ਵੀ ਨਹੀਂ ਹੁੰਦਾ ਕਿਰਾਏ ਦਾ ਤੇ ਡਾਕਟਰ ਸਾਹਿਬ ਉਹਦੀ ਇਹ ਸੂਰਤ ਹੋਵੇ ਕਿ ਹਰ ਲਾਹੌਰ ਦਾ ਚੈਂਬਰ ਹੈ ਪਿੰਡੀ ਦਾ ਚੈਂਬਰ ਹੈ ਕਰਾਚੀ ਦਾ ਚੈਂਬਰ ਹੈ ਜੋ ਚੈਂਬਰ ਆਫ ਜਿੰਨੇ ਵੀ ਨਾ ਇਹ ਸਾਰੇ ਚੈਂਬਰਸ ਆਪਣੇ ਆਪਣੇ ਲੈਵਲ ਦੇ ਉੱਤੇ ਆਪਣੇ ਡਿਸਟ੍ਰਿਕਟ ਲੈਵਲ ਦੇ ਉੱਤੇ ਇੱਕ ਜ਼ਕਾਤ ਬੈਂਕ ਬਣਾਉਣ ਅਮੀਰ ਲੋਕ ਨੇ ਆਪਣੀ ਜ਼ਕਾਤ ਨੂੰ ਇੱਕ ਪ੍ਰੋਪਰ ਤਰੀਕੇ ਨਾਲ ਜਮ੍ਹਾਂ ਕਰਨ ਔਰ ਉਸ ਨੂੰ ਬਹਾਲੀ ਪ੍ਰੋਗਰਾਮ ਦੇ ਉੱਤੇ ਲਗਾਏ ਜਾਏ ਬਜਾਏ ਇਸ ਦੇ ਕਿ ਦੇਖੋ ਜੀ ਇੱਕ ਰਿਪੋਰਟ ਦੇ ਮੁਤਾਬਿਕ 70 ਅਰਬ ਰੁਪਇਆ ਸਾਡਾ ਖੈਰਾਤ ਜ਼ਕਾਤ ਦੇ ਵਿੱਚ ਜਮ੍ਹਾਂ ਹੁੰਦਾ ਹੈ ਪਾਕਿਸਤਾਨੀ 70 ਤੋਂ 75 ਅਰਬ ਰੁਪਇਆ ਦਿੰਦੇ ਨੇ ਔਰ ਇਹ ਰਿਪੋਰਟ ਵੀ ਅੱਜ ਤੋਂ ਕੋਈ 8 ਸਾਲ 10 ਸਾਲ ਪੁਰਾਣੀ ਹੈ ਤਾਂ ਤੁਸੀਂ ਹੁਣ ਅਗਰ ਲੇਟੈਸਟ ਦੇਖੋ ਤਾਂ ਮੇਰਾ ਖਿਆਲ ਹੈ ਖਰਬਾਂ 'ਚ ਚਲਾ ਜਾਏ ਜਿੰਨੀ ਅਮੀਰ ਕੌਮ ਹੈ। मैं समझदा कि अगर ज़कात ਨੂੰ जेन्युइन तरीके ਨਾਲ ਇਸਤੇਮਾਲ ਕੀਤਾ ਜਾਏ ਜੀ ਮਤਲਬ ਜਨਰਲ ਜ਼ਿਆ ਨੇ ਵੀ ज़कात ਦਾ ਮਾਮਲਾ ਸ਼ੁਰੂ ਕੀਤਾ ਸੀ ਤੇ ਉਹ ਜਿਹਨੇ ਕੋਲ ਸਾਈਕਲ ਨਹੀਂ ਸੀ ਉਹ ਟਰੱਕਾਂ ਦੇ ਮਾਲਕ ਹੋ ਗਏ ਤੇ ज़कात ਸਹੀ ਤਰ੍ਹਾਂ ਜਿਹਨੇ ਸਰਕੂਲੇਟ ਨਹੀਂ ਸੀ ਉਸ ਕੇ ਲੋਕਾਂ ਤੱਕ ਡਾਕਟਰ ਸਾਹਿਬ ਉਹ ਇਸ ਤਰ੍ਹਾਂ ਹੈ ਨਾ ਕਿ ਤੁਸੀਂ
ਅਗਰ ਕਿਸੇ ਨੂੰ 2000 ਦੇ ਦਿਓਗੇ ਤੇ ਕਿਸੇ ਨੂੰ 3000 ਦੇ ਦਿਓਗੇ, 5000 ਦੇ ਉਹ ਰਾਸ਼ਨ ਦੇਏਗਾ, 10 ਦਿਨ ਦਾ ਰਾਸ਼ਨ, 15 ਦਿਨ ਦਾ ਰਾਸ਼ਨ। ਅਗਰ ਤੁਸੀਂ ਉਹਨੂੰ ਕੋਈ ਸਬਜ਼ੀ ਦੀ ਦੁਕਾਨ ਕਿਸੇ ਗਰੀਬ ਨੂੰ ਪਾ ਦਿਓ, ਤੁਸੀਂ ਉਹਨੂੰ ਕੋਈ ਟਾਇਰਾਂ ਦੀ ਦੁਕਾਨ ਪਾ ਦਿਓ, ਕੋਈ ਛੋਟਾ ਮੋਟਾ ਕਾਰੋਬਾਰ ਕਰੋ, ਯਾਨੀ ਸਾਨੂੰ ਬਹਾਲੀ ਪ੍ਰੋਗਰਾਮ ਦੀ ਤਰਫ, ਰੋਜ਼ਗਾਰ ਪ੍ਰੋਗਰਾਮ ਦੀ ਤਰਫ ਜਾਣਾ ਚਾਹੀਦਾ ਹੈ। ਜੀ ਜੀ। ਔਰ ਉਹਦੀ ਦਾ ਡਾਕਟਰ ਸਾਹਿਬ ਇਹ ਹੋਏਗਾ ਕਿ ਕਮ ਸੇ ਕਮ ਚੈਂਬਰ ਵਾਲਾ ਜ਼ਿਆਦਾ ਅੱਛੇ ਤਰੀਕੇ ਨਾਲ ਇਹਨੂੰ ਮੈਨੇਜ ਕਰ ਲੈਂਦੇ, ਚਲਾ ਵੀ ਲਵੰਦੇ, ਕਿਉਂਕਿ ਸਾਨੂੰ ਆਪਣੇ ਲੋਕਾਂ ਤੇ ਜ਼ਿਆਦਾ ਇਤਬਾਰ ਹੈ, ਜਿਹੜੇ ਟੈਕਸ ਦਿੰਦੇ ਨੇ ਉਹਨੂੰ ਆਪਣੇ ਉੱਤੇ ਜ਼ਿਆਦਾ ਟਰਸਟ ਹੁੰਦਾ ਬਜਾਏ ਇਸ ਕਿ ਅਸੀਂ ਸਰਕਾਰ ਦੀ ਤਰਫ ਹਰ ਚੀਜ਼ ਨੂੰ ਦੇਖੀਏ। ਅਸੀਂ ਆਪਣੀ ਜੇਬ ਤੋਂ ਦੇਖ ਕੇ ਵੀ ਅਗਰ ਉਹਨਾਂ ਦੇ ਮੂੰਹ ਵੱਲ ਦੇਖਦੇ ਹਾਂ ਤਾਂ ਉਹਦੇ ਬਿਹਤਰ ਹੈ ਕਿ ਅਸੀਂ ਆਪਣੇ ਵਸਾਇਲ ਨੂੰ ਆਪਣੇ ਆਪਣੇ ਲੈਵਲ ਦੇ ਉੱਤੇ ਇੱਕ ਅੱਛੇ ਤਰੀਕੇ ਨਾਲ ਪ੍ਰੋਫੈਸ਼ਨਲ ਅੰਦਾਜ਼ ਦੇ ਵਿੱਚ ਹੱਲ ਕਰਨਾ ਸ਼ੁਰੂ ਕਰੀਏ। ਅੱਛਾ ਸਾਹਿਬ, ਇਹ ਜਿਹੜੀ ਕਿਤਾਬ ਹੈ ਲਫ਼ਜ਼ੋਂ ਕੀ ਫੁਹਾਰ ਮੁਸਰਤ ਕਯੂਮ ਦੀ, ਔਰ ਇੱਕ ਆਲਮ ਨੇ ਇਹਨਾਂ ਦੇ ਜਿਹੜੇ ਨਵਾਂ ਵਕਤ ਛਪੇ ਨੇ ਜ਼ਿਆਦਾ, ਤੁਸੀਂ ਮੁਤਾਲਾ ਵੀ ਕੀਤਾ ਹੈ ਤੇ ਕੀ ਕੋਈ ਉਮੂਮੀ ਤਾਸਰ ਤੁਹਾਡਾ ਕੀ? ਇਸ ਖਾਤੂਨ ਨੇ ਬੜੀ ਮਿਹਨਤ ਕੀਤੀ ਹੈ ਔਰ ਇਹਦਾ ਮਕਸਦ ਇਹ ਹੈ ਕਿ ਦੁਖੀ ਇਨਸਾਨੀਅਤ ਦੀ ਖਿਦਮਤ ਕੀਤੀ ਜਾਏ। ਜੀ ਜੀ। سماجی کام ہے، غربت کا خاتمہ ہے، یہ بڑی مین ہے۔ اور تسی حیران ہو گے کہ جس طرح عرض کی ہے کہ ہن ادبی ذوق کا بڑا محدود ہو گیا ہے اور خانگی امور جڑے بڑے کم ہو گئے، یہ ہن زیادہ تر نیک کمائی لگ گیا جی۔ وقت زیادہ کثرت نہ اجازت اسپتال دے مریضاں بڑی مصروف ہے۔ جی جی جی۔ اور اتنی ہے کہ اپنے گھر دے کام بڑے مشکل نال مکمل کر کے تو باقی اجازت اسپتال تو۔ اچھا جڑا حجاز اسپتال ہے اس دے واسطے حالا بھی ڈونیشن دی لوڑ ہے تانوں؟ حالا بھی مطلب ہے کہ وہ اس طرح ہے نا جی اسی ہن چند کروڑ دے کمرے تو بنا لین یا 5 منزلہ جڑیاں وہ ساریاں تے نہیں بنائیاں، تھوڑی تھوڑی درست کیتی ہے، لیکن اودے واسطے 5 کروڑ روپے دے سن ان آپریشن تھیٹراں واسطے، آئی سی یو واسطے آلات چاہیے، سرجری آلات، جی جی، وہ کروڑوں روپے دے ہیں جی، مختلف بیماریاں دے آپریشن دے کر دی اودے واسطے اسی اپیل کیتی ہوئی ہے ساڈے اخبارات چوئی مخیر حضرات نو کہ وہ اس پر توجہ کرن کوئی دین، اور اللہ نال سانو یقین ہے کہ دیر سویر دے نال وہ ساڈے مکمل ہو جان۔ اچھا، لیکن میں تو ایک آخری ایکو پوائنٹ دس دیواں، جی شرم آؤندی ہے دستے ہیں میں کیتا میں وہ کیتا، جی جی بڑا برا لگتا جی، نہیں کیوں؟ میں سمجھنا کہ یہ ساڈا فرض ہے کہ اسی دکھی انسانیت کی خدمت کریے، ہوراں لوکاں نوں بھی انسپریشن ہوئے گی اور آماد کی پیدا ہوئے گی۔ میں نتیجہ یہ دیکھے اتنا بڑا، میں 85 سال زندگی دے گزارے، میں وہ دیکھا کہ اکثریت اس پاسے مائل تے قائل نہیں، جس طرح حکومت اپنا سوئٹزرلینڈ ہی پیسہ اکٹھا کرنے واسطے لگی ہوئی ہے، جی جی، اسی طرح سارے اسی لوگ بھی، میرے بھائی بھی، سارے جڑے ہیں تاجر بھی، صنعت کار بھی، وہ بھی اس وقت کہتے ہیں یہ کسی غریب نو 200-400 دے بھی ہے، اس دے واسطے شام نو بچیاں واسطے فروٹ لے کے نہ لے جائیے۔ جی انہوں کا یہ نظریہ ہے کہ نہیں، یہ غریب کی مدد نہیں کرنی جی، اکثریت، اور وہی وجہ ہے کہ میں بڑا مایوس ہو کے میں زندگی دے آخری دن گزار رہی ہوں۔ نہیں، لیکن میں سمجھدا کہ تسی حجاز ہسپتال بڑا اعلیٰ ہسپتال بنایا، جی ہاں، اور میں ہور پرائیویٹ ہسپتال دیکھے نے انہاں تو لٹ مار کردے نے ہو۔ جی ہاں، یہ ایک ایسا ہسپتال ہے کہ جڑا لوگوں دی ایک امید گاہ ہے، جی ہاں، لوگ انہوں سمجھتے ہیں کہ اتنے ساڑیاں توقعات پوریاں ہون گیاں، اور لیکن یہ کتنی ہیں تسی ویکھو نا، نیشنل ہسپتال ہے، ادھر ڈاکٹر ہسپتال ہے، جی سرجی میڈ ہے، یہ سارے ٹاپ میں جڑے ڈاکٹر ہیں وہ کروڑوں روپے انہوں نے انویسٹمنٹ کیتا ہے، وہ کہتے ہیں جی سن حق ملنا چاہیے۔ جی جی، ہوں وہ تو نہیں بیچارے یہ کام کر سکتے، یہ حجاز ہسپتال والے بڑے گنتی دے چند ہسپتال ہیں جی جی جڑا اس جذبے نال کام کر رہے ہیں۔ جی جی، آج بھی سوشل سیکورٹی والے بڑے اعلیٰ افسران آئے تو انہوں نے دیکھا بھائی اتنا بڑا یہ کوئی 5 سٹار ہوٹل ہے، جی ٹائلاں اور چھت اور سیلنگ فرش بڑا جی، خوبصورت میں خود بھی دیکھے جی، اور میں نے بڑا لطف آیا اتنے، بلکہ ایسا میرا تو مریض کوئی- ہونے واسطے دل کیتا کہ میں مریض ہوں تو اتنے آ کے داخل ہوں۔ ਸਭ ਤੋਂ ਜ਼ਿਆਦਾ
ਅਫਸੋਸਨਾਕ ਅਮਰ ਇਹ ਆ ਕਿ ਤੁਸੀਂ ਦੇਖੋ ਕਿ ਇਹ ਵਾਹਿਦ ਹਸਪੀਟਲ ਹੈ ਕਿ ਜਿਹਨੂੰ ਹਜੇ ਤੱਕ ਕਿਸੇ ਗਵਰਨਮੈਂਟ ਨੇ ਕੋਈ ਇਮਦਾਦ ਨਹੀਂ ਦਿੱਤੀ। ਅੱਛਾ, ਕਿਸੇ ਗਵਰਨਮੈਂਟ ਨੇ ਨਹੀਂ ਜੀ ਦਿੱਤਾ? ਬਿਲਕੁਲ ਨਹੀਂ। ਸ਼ਹਿਬਾਜ਼ ਸ਼ਰੀਫ ਵੀ ਆਏ ਸਨ ਆਇਆ ਸੀ, ਔਰ- ਵਾਅਦਾ ਕਰ ਗਿਆ। ਜੀ, ਉਹ ਜੀ। ਮੇਰਾ ਬੇਟਾ ਬਣਿਆ ਹੈ ਜੀ। 1980 ਤੋਂ ਲਾਹੌਰ ਚੈਂਬਰ ਹੀ ਮੇਰਾ ਸਾਥੀ ਹੈ। ਜੀ ਜੀ ਉਹਨੂੰ ਅਸੀਂ ਸਦਰ ਬਣਾਇਆ। ਉਹਨੇ ਮੈਨੂੰ ਇੱਕ ਸਟੈਂਡਿੰਗ ਕਮੇਟੀ ਫਾਰ ਰਫਾਈ ਅਮੂਰ ਦਾ ਉਹਨੇ ਚੇਅਰਮੈਨ ਬਣਾਇਆ। ਅੱਛਾ ਇਸ ਵਾਸਤੇ ਇਸ ਕਮੇਟੀ ਨੂੰ ਲੈਣ ਲਈ ਕੋਈ ਤਿਆਰ ਹੀ ਨਹੀਂ ਸੀ। ਜੀ ਜੀ ਕਹਿੰਦਾ ਸੀ ਇੰਪੋਰਟ ਦਿਓ, ਐਕਸਪੋਰਟ ਦਿਓ, ਐਕਸਾਈਜ਼ ਦਿਓ, ਫਲਾਣਾ ਫਾਈਨੈਂਸ ਦਿਓ, ਇਹ ਬੇਕਾਰ ਅਸੀਂ ਕਮੇਟੀ ਨਹੀਂ। ਜੀ, ਉਹ ਜੀ। ਫਿਰ ਮੇਰੇ ਜ਼ਿੰਮੇ ਆਏ ਔਰ 1985 ਵਿੱਚ ਉਹ ਸਦਰ ਬਣਿਆ ਸੀ। ਮੈਂ 1985 ਇਸ ਕਮੇਟੀ ਦਾ ਚੇਅਰਮੈਨ ਮੁਸਲਸਲ ਆ ਰਹੀ ਹਾਂ ਜੀ ਜੀ ਉਹ ਲੱਗਾ। ਅੱਛਾ। ਲੇਕਿਨ ਲੋਕ ਇਸ ਪਾਸੇ ਤਵੱਜੋ ਨਹੀਂ ਦਿੰਦੇ। ਅੱਛਾ, ਤੁਸੀਂ ਵੀ ਤੇ ਆਪਣਾ ਸਾਰਾ ਕੁਝ ਹੀ ਵੇਚ ਦਿੱਤਾ। ਇੱਥੇ ਜਿਹੜਾ ਮਕਾਨ ਸੀ ਤੁਹਾਡਾ 6 ਕਨਾਲ ਦਾ, ਜੀ ਉਹ ਦੇ ਉਹ ਕੇ ਦੇਤਾ, ਜੀ। ਨਾ ਹੁਣ ਇੱਕ ਕਨਾਲ ਦਾ ਰਹਿ ਗਿਆ ਹੈ, ਉਹ ਵੀ ਮੈਂ ਇਜਾਜ਼ਤ ਹਸਪਤਾਲ ਨੂੰ ਲਿਖ ਕੇ ਦੇ ਦਿੱਤੀ। ਅੱਛਾ, ਲੇਕਿਨ ਤੁਸੀਂ ਅੱਛਾ ਕੀਤਾ ਹੈ ਕਿ ਜਿਹੜਾ ਵਰਸਾ ਦਾ ਹਿੱਸਾ ਸੀ ਉਹ ਉਹਨਾਂ ਨੂੰ ਦੇ ਦਿੱਤਾ ਹੈ। ਉਹ ਦੇ ਬੜੇ ਉਹ ਉਹਨਾਂ ਨੂੰ ਦਿੱਤਾ ਹੈ। ਪਰ ਨੇ ਕਈ ਲੋਕ ਹੁੰਦੇ ਨੇ ਕਿ ਜਿਹੜੇ ਵਾਰਸਾਂ ਨੂੰ ਇਗਨੋਰ ਕਰ ਦਿੰਦੇ ਨੇ। ਨਾ। ਇਹ ਬੜਾ ਅੱਛਾ ਕੀਤਾ ਹੈ ਤੁਸੀਂ। ਤੇ ਤੁਸੀਂ ਇੱਥੇ ਹਸਪਤਾਲ ਦੇ ਨਾਲ ਹੀ ਆਪਣੀ ਕਬਰ ਵੀ ਬਣਾਈ। ਜੀ ਉਹ ਕਬਰ ਵੀ ਬਣਾ ਲਈ ਇਸ ਵਾਸਤੇ ਕਿ ਚਲੋ ਯਾਰ ਹਵਾ ਸੋ ਆਉਂਦੀ ਹੈ। ਸੁਣ, ਤੁਹਾਡੀ ਅਹਲੀਆ ਜਿਹੜੀ ਹੈ ਜੀ। ਭਾਬੀ, ਉਹ ਸੁਣੇ ਨਹੀਂ ਆਣਾ ਚਾਹੁੰਦੀ ਇਸ ਨਹੀਂ, ਉਹ ਕਬਰਸਤਾਨ। ਕਹਿੰਦੀ ਹੈ ਬੜਾ ਬਦਬੂਦਾਰ ਇਲਾਕਾ ਹੈ, ਜੀ, ਜੀ। ਕੋਈ ਸਹੀ ਪੱਗ ਡੰਡੀਆਂ ਨਹੀਂ ਬਣੀਆਂ ਹੋਈਆਂ। ਅੱਛਾ ਅੱਛਾ ਔਰ ਚੂੰਕਿ ਕਾਨੂੰਨ ਹੈ ਕਿ ਉੱਥੇ ਜਿਹੜਾ ਡਿਫੈਂਸ ਤੇ ਰਮਨ ਵਾਲਾ ਹੈ, ਉਹਨੂੰ ਅਸੀਂ ਉੱਥੇ ਜਗ੍ਹਾ ਕਬਰ ਦੀ ਦੇਵਾਂਗੇ, ਮੁਫਤ ਦੇਵਾਂਗੇ। ਜੀ 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 ਉਹ ਉਹਨਾਂ ਨੇ ਇਹਨਾਂ ਦੇ ਅਲਫਾਜ਼ ਹੈ ਤੇ ਆਂਟੀ ਮਾਸ਼ਾਅੱਲਾ ਬੜੀ ਨਫੀਸ ਖਾਤੂਨ ਹੈ, ਜੀ, ਬਹੁਤ ਜੀ। ਅੱਛੀ ਹੈ, ਦਰਜੇ ਦੀ ਰੱਖਣ ਵਾਲੇ ਨੇ। ਅੱਛਾ ਤੇ ਇਹ ਤੇ ਵੈਸੇ ਗੱਲ ਚੱਲਦੀ ਰਹਿੰਦੀ ਹੈ, ਲੇਕਿਨ ਹਕੀਕਤਨ ਤੇ ਅੰਕਲ ਦੀ ਮਿਸਿਸ ਜਿਹੜੀ ਹੈ ਉਹ ਵੀ ਮਾਸ਼ਾਅੱਲਾ ਬਹੁਤ ਹੀ ਜੀ ਅੱਛੀ ਜੀ ਖਾਤੂਨ ਅੱਛਾ, ਇਹ ਫਰਮਾਓ ਨਾ ਕਿ ਸਾਲ ਚ ਆਊਟਡੋਰ ਚ ਰੋਜ਼ ਕਿਤਨੇ ਕੁ ਮਰੀਜ਼ ਆ ਜਾਂਦੇ ਨੇ 700 ਜੀ? 700-800? ਅੱਠ। ਜੀ ਡਾਕਟਰ ਸਾਹਿਬ। ਅੱਛਾ, ਤੇ 100 ਬੈੱਡ ਦਾ ਇਹ ਜੀ। ਹਸਪਤਾਲ ਹੈ। ਔਰ ਔਰ ਇਹ ਚੀਜ਼ ਹੈ ਕਿ ਸਾਡੇ ਹਸਪੀਟਲ ਬਣਾ ਲੈਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ। ਹਸਪੀਟਲ ਦੇ ਅੱਗੇ ਜਿਹੜੇ ਚਲਾਉਣਾ ਉਹਨੂੰ ਬੜਾ- ਚਲਾਉਣਾ ਜਿਹੜਾ ਹੈ ਨਾ ਉਹ ਬਹੁਤ ਡਿਫਿਕਲਟ ਹੈ। ਔਰ ਜਿਹੜਾ ਡੇ ਬਾਈ ਡੇ ਜਿਹੜੀ ਅਸੀਂ ਚੈਲੰਜ ਜਿਹੜਾ ਸਾਨੂੰ ਪ੍ਰੋਬਲਮਸ ਆ ਰਹੇ ਨੇ ਕਿ ਚੰਦ ਲੋਕ ਨੇ ਜਿਹੜੇ ਇਕੱਠਾ ਕਰ ਰਹੇ ਨੇ ਪੈਸਾ, ਚੰਦ ਲੋਕ ਨੇ ਜਿਹੜੇ ਆਪਣੀ ਜੇਬਾਂ ਤੋਂ ਦੇ ਰਹੇ ਨੇ। ਮੈਂ ਫੈਮਿਲੀ ਸਰਕਲ ਤੋਂ ਆ ਰਿਹਾ ਹੈ, ਆਪਣਾ ਸੋਸ਼ਲ ਸਰਕਲ ਤੋਂ ਆ ਰਿਹਾ ਹੈ, ਕੋਈ ਆਪਣੇ ਫਰੈਂਡਸ ਦੀ ਤਰਫੋਂ ਆ ਰਿਹਾ ਹੈ। ਲੇਕਿਨ ਜਿਹੜੇ ਕਿ ਇੱਕ ਬਕਾਇਦਾ ਇੱਕ ਸਿਸਟਮ ਹੋਣਾ ਚਾਹੀਦਾ ਹੈ ਕਿ ਵੀ ਇੱਕ ਹਕੂਮਤ ਹੈ ਜਿਸ ਤਰ੍ਹਾਂ ਸਭ ਨੂੰ ਦੇ ਰਹੇ ਨੇ, ਕਿ ਅਗਰ ਉਹ ਦੇਖਣ ਆ ਕੇ ਕਿ ਮੇਰਾ ਖਿਆਲ ਹੈ ਕਿ ਵਾਹਿਦ ਹਸਪਤਾਲ ਹੈ ਜਿਹਦੇ ਵਿੱਚ ਇੱਕ ਮਰੀਜ਼ ਤੋਂ ਇਲਾਵਾ ਮਰੀਜ਼ ਦੇ ਨਾਲ ਉਹਦੇ ਤਿਮਾਦਾਰ ਨੂੰ ਵੀ ਖਾਣਾ 3 ਵਕਤ ਦਾ ਸੁਣੇ ਕਿਰਾਇਆ ਵੀ ਦੇ ਦਿੰਦੇ ਹੋ ਤੁਸੀਂ? ਡਾਕਟਰ ਸਾਹਿਬ ਬਿਲਕੁਲ ਬਾਕੀ ਉਹ ਦੁਖੀ- ਜ਼ਿਆਦਾਤਰ ਲੋਕ ਸਾਡੇ ਦਫ਼ਤਰ 'ਚ ਹੁੰਦੇ ਨੇ ਜੀ ਜੀ ਦੁਖੀ ਹੁੰਦੇ ਕਿ ਜੀ ਸਾਡੇ ਕੋਲ ਪੈਸੇ ਨਹੀਂ ਹੈ, ਇਲਾਜ ਜੀ। ਕਰਾ ਲਿਆ, ਪੈਸੇ ਨਹੀਂ ਹੈ। ਨਾਜ਼ਰੀਨ, ਤੁਸੀਂ ਬੜੀਆਂ ਸੋਹਣੀਆਂ ਗੱਲਾਂ ਸੁਣੀਆਂ ਔਰ ਬੜੀਆਂ ਲਾਈਵਲੀ ਗੱਲਾਂ, ਜ਼ਿੰਦਾ ਗੁਫ਼ਤਗੂ ਹੋਈ, ਹੰਸੀ ਮਜ਼ਾਕ ਵੀ ਹੋਇਆ। ਯਾਨੀ ਇਹ ਵੀ ਮੈਂ ਸਮਝਦਾ ਕਿ ਲੋਕਾਂ ਦੇ ਦੁੱਖ ਦੂਰ ਕਰਨ ਵਾਸਤੇ ਅੱਛਾ ਹੈ ਕਿ ਇੱਕ ਬੰਦਾ ਜਿਹੜਾ ਐਸੀ ਗੱਲ ਕਰਦਾ ਹੈ ਕਿ ਉਹਦੇ ਨਾਲ ਮਿਲਣ ਤੇ ਬਾਰ-ਬਾਰ ਮਿਲਣ ਤੇ ਜੀ ਕਰੇ ਔਰ ਉਹਦੇ ਕੋਲ ਬੈਠ ਕੇ ਇੱਕ ਤਾਜ਼ਗੀ ਜੀ ਮਹਿਸੂਸ ਹੋਵੇ। ਤੇ ਮੈਂ ਆਪਣੇ ਤਰਫੋਂ ਹਾਜੀ ਸਾਹਿਬ ਨੇ ਵੀ, ਮੁਸਰਤ ਨੇ ਵੀ ਅਪੀਲ ਕੀਤੀ ਹੈ ਤੇ ਮੈਂ ਕਹਿੰਦਾ ਕਿ ਬਈ ਇਸ ਹਸਪਤਾਲ ਵਾਸਤੇ ਕੁਝ ਦੇਣਾ ਜਿਹੜਾ ਹੈ ਉਹ ਸਭ ਤੋਂ ਬੜੀ ਨੇਕੀ ਹੈ। ਹੋਰ ਵੀ ਨੇਕੀਆਂ ਹੋਣਗੀਆਂ, ਡੋਨੇਸ਼ਨ ਦੇਣਾ ਉਹ ਵੀ ਨੇਕੀ ਹੈ, ਮਗਰ ਮੇਰੇ ਨਜ਼ਦੀਕ ਚੂँकि ਮੈਂ ਉਸ ਹਸਪਤਾਲ ਦਾ ਵਿਜ਼ਿਟ ਵੀ ਕੀਤਾ, ਮੈਂ ਸਮਝਦਾ ਕਿ ਇਸ ਹਸਪਤਾਲ ਵਾਸਤੇ ਦੇਣਾ ਜਿਹੜਾ ਹੈ ਇਹ ਬਹੁਤ ਵੱਡੀ ਨੇਕੀ ਹੈ। ਔਰ ਮੈਂ ਤੇ ਕੋਈ ਮੌਲਵੀ ਤਾਂ ਨਹੀਂ, ਮੇਰੇ ਤੇ ਫਤਵੇ ਲੱਗ ਜਾਂਦੇ ਨੇ, ਲੇਕਿਨ ਮੈਂ ਇਹ ਸਮਝਦਾ, ਮੇਰਾ ਦਿਲ ਕਹਿੰਦਾ ਹੈ ਕਿ ਅਗਰ ਕੋਈ ਇਹ ਬੰਦਾ ਕਰੇਗਾ ਤਾਂ ਸ਼ਾਇਦ ਉਹਨੂੰ ਬਹੁਤ ਜ਼ਿਆਦਾ ਸਵਾਬ ਮਿਲੇਗਾ। ਕਿਸੇ ਨੇਕੀ ਦਾ ਇੰਨਾ ਸਵਾਬ ਨਹੀਂ ਮਿਲੇਗਾ ਜਿੰਨਾ ਹਿਜਾਜ਼ ਹਸਪਤਾਲ ਵਾਸਤੇ ਕੋਈ ਤੋਹਫਾ, ਕੋਈ ਡੋਨੇਸ਼ਨ ਕਰੋੜਾਂ ਰੁਪਏ ਦੀ ਵੀ, ਥੋੜ੍ਹਾ ਰੁਪਏ ਦੀ ਵੀ ਹੋ ਸਕਦੀ ਹੈ। ਮੈਂ ਸਮਝਦਾ ਕਿ ਕੋਈ ਡੋਨੇਸ਼ਨ ਦੇਣਾ ਜਿਹੜਾ ਹੈ ਉਹਦੇ ਵਾਸਤੇ ਕੋਈ ਤਖਸੀਸ ਨਹੀਂ ਹੈ ਕਿਤਨੇ ਰੁਪਏ ਹੋਣ ਜਾਂ ਇਹ ਮਾਮਲਾ ਹੋਵੇ, ਥੋੜ੍ਹਾ ਵੀ ਤੇ ਬਹੁਤ ਵੀ ਇਸ ਹਸਪਤਾਲ ਨੂੰ ਦੇਣਾ ਜਿਹੜਾ ਹੈ ਇਹ ਬੜਾ ਜ਼ਰੂਰੀ ਹੈ। ਔਰ ਇਹ ਪ੍ਰੋਗਰਾਮ ਕਰਨ ਦੇ ਵਕਤ ਮੇਰੇ ਦਿਲ 'ਚ ਇਹ ਵੀ ਗੱਲ ਸੀ ਕਿ ਇੱਕ ਤਾਂ ਮੇਰੀ ਖਵਾਹਿਸ਼ ਸੀ ਕਿ ਮੁਸਰਤ ਕਯੂਮ ਨੂੰ ਸੁਣੀਏ ਅਸੀਂ ਔਰ ਹਾਜੀ ਸਾਹਿਬ ਦੀ ਜ਼ਿਆਰਤ ਕਰੀਏ, ਹਾਜੀ ਸਾਹਿਬ ਨੂੰ ਦੇਖੀਏ, ਉਹਨਾਂ ਦੀ ਗੱਲਾਂ ਸੁਣੀਏ। ਔਰ ਇਹ ਵੀ ਸੀ ਕਿ ਬਈ ਹਿਜਾਜ਼ ਹਸਪਤਾਲ ਦੀ ਡਿਵੈਲਪਮੈਂਟ ਵਾਸਤੇ ਵੀ ਕੋਈ ਆਰਜ਼ੂ ਜਿਹੜੀ ਹੈ ਉਹ ਸਾਡੇ ਅੰਦਰ ਪੈਦਾ ਹੋਵੇ। ਮੈਨੂੰ ਇੱਕ ਆਖਰ ਤੇ ਇੱਕ ਮੈਂ ਗੱਲ ਕਰਾਂਗਾ ਕਿ ਇੱਕ ਫੰਕਸ਼ਨ ਸੀ, ਉੱਥੇ ਲੋਕ ਤਕਰੀਰਾਂ ਕਰ ਰਹੇ ਸਨ, ਮੈਂ ਵੀ ਤਕਰੀਰ ਕਰਨੀ ਸੀ। ਹਰ ਬੰਦਾ ਕਹਿ ਰਿਹਾ ਸੀ ਅਸੀਂ ਗਰੀਬੀ ਖਤਮ ਕਰ ਦਿਆਂਗੇ, ਅਸੀਂ ਗਰੀਬੀ ਖਤਮ ਕਰ ਦਿਆਂਗੇ। ਜਦੋਂ ਮੇਰੀ ਵਾਰੀ ਆਈ ਤੇ ਮੈਂ ਉੱਥੇ ਜਾ ਕੇ ਕਿਹਾ
ਕਿ ਹਜ਼ਰਾਤ ਤੁਸੀਂ ਗਰੀਬੀ ਖਤਮ ਨਾ ਕਰੋ, ਤੁਸੀਂ ਥੋੜੀ ਜਿਹੀ ਅਮੀਰੀ ਖਤਮ ਕਰ ਦਿਓ تو میرا خیال ہے کہ غریبی خود ختم ہو جائے گی. اور امیری اس طرح ختم کرو کہ تسی ڈونیشن دیو حجاز ہسپتال واسطے، یہ بہت بڑا ہسپتال بن جائے، ایک ایسا ہسپتال کہ بہت دوروں دوروں صحت مند لوگ بھی دیکھن آن کہ یہ کہڑا ہسپتال ہے جتے شفا بھی ملتی ہے تے دعا بھی ملتی ہے تے دوا بھی ملتی ہے، تو وہ سب کچھ ملتا ہے جو ساڑے دل دی کوئی آرزو ہے. ناظرین میں تھوڑا شکریہ ادا کرتا، حاجی صاحب تھوڑا بھی بہت شکریہ، مسرت تھوڑا بھی بہت شکریہ. اللہ حافظ ناظرین.